ਸਾਡੀ ਕੌਮ ਨੂੰ ਹੁਣ ਤੱਕ ਪਤਾ ਕੀ ਕਹਿ ਕੇ ਬੁਲਾਇਆ ਜਾਂਦਾ ਰਿਹਾ 2% ਵਾਲੇ, ਪਰ ਅੱਜ ਉਹੀ 2% ਵਾਲਿਆਂ ਨੇ ਦਿੱਲੀ ਨੂੰ ਚਾਰੇ ਪਾਸੇ ਤੋਂ ਨੱਪ ਕੇ ਰੱਖ ਲਿਆ। ਦਿੱਲੀ ਦੀ ਇੱਟ ਨਾਲ ਇੱਟ ਵੱਜ ਚੁੱਕੀ ਹੈ ਇਸ ਨੂੰ। ਉਹੀ 2% ਵਾਲੇ ਦਿੱਲੀ ਦੀ ਹਿੱਕ ਤੇ ਭੰਗੜਾ ਪਾ ਰਹੇ ਨੇ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ, ਦਲਜੀਤ ਦੋਸਾਂਝ ਤੇ ਪੰਜਾਬ ਦੀਆਂ 2-3 ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦੋਸਤੋ, ਕਿਸਾਨ ਤੇ ਸਰਕਾਰ ਵਿਚਕਾਰ ਹਲੇ ਵੀ ਮਤਭੇਦ ਬਣੇ ਹੋਏ ਹਨ ਤੇ ਹਲੇ ਵੀ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਹੋਇਆ। ਪੰਜਾਬੀ ਸਿੰਗਰਾਂ ਦੀਆਂ ਗਤੀਵਿਧੀਆਂ ਤੇ ਸੋਸ਼ਲ ਮੀਡੀਆ ਤੇ ਇਸ ਦਿੱਲੀ ਚਲੋ ਅੰਦੋਲਨ ਦਾ ਕੀ ਰੁਖ ਹੈ, ਇਕੱਲੀ ਗੱਲ ਸੱਚ ਤੇ ਆਧਾਰਿਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਅਮਰਿੰਦਰ ਗਿੱਲ ਦੀ। ਉਸਨੇ ਤੇ ਬਾਕੀ ਸਿੰਗਰਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਜਿਸ ਦੀ ਸ਼ੁਰੂਆਤ ਅਮਰਿੰਦਰ ਗਿੱਲ ਨੇ ਹੀ ਕੀਤੀ। ਦੋਸਤੋ, ਪੰਜਾਬੀ ਕੰਪਨੀ ਰਿਦਮ ਵੌਇਸ ਐਂਟਰਟੇਨਮੈਂਟ, ਜਿਸ ਤੇ ਕਿ ਜ਼ਿਆਦਾਤਰ ਅਮਰਿੰਦਰ ਗਿੱਲ ਦੇ ਗਾਣੇ ਤੇ ਫਿਲਮਾਂ ਆਉਂਦੀਆਂ ਸਨ, ਉਹ ਤਾਂ ਪਹਿਲਾਂ ਵੀ ਕਿਸਾਨਾਂ ਦੀ ਸਪੋਰਟ ਕਰ ਰਹੇ ਸਨ, ਪਰ ਹੁਣ ਉਹਨਾਂ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਸਾਰੇ ਗਾਣੇ ਤੇ ਫਿਲਮਾਂ ਜੀਓ ਸਾਵਨ ਤੋਂ ਹਟਾ ਰਹੇ ਹਨ, ਬਿਨਾਂ ਕਿਸੇ ਵਿੱਤੀ ਘਾਟੇ ਦੀ ਪਰਵਾਹ ਕੀਤੇ। ਕਿਸਾਨਾਂ ਨੂੰ ਬਚਾਉਣ ਖਾਤਰ ਜਿੱਥੇ ਪੰਜਾਬ ਦੇ ਲੋਕ ਅੰਬਾਨੀ ਅਡਾਨੀ ਦਾ ਬਾਈਕਾਟ ਕਰਕੇ ਆਪਣੋ ਆਪਣੇ ਪੱਧਰ ਤੇ ਯੋਗਦਾਨ ਦੇ ਰਹੇ ਹਨ, ਉਸੇ ਤਰ੍ਹਾਂ ਹੀ ਇਸ ਕੰਪਨੀ ਨੇ ਅਮਰਿੰਦਰ ਗਿੱਲ ਦੇ ਗੀਤਾਂ ਸਮੇਤ ਅੰਗਰੇਜ਼, ਬੰਬੂ ਕਾਰਡ, ਲਵ ਪੰਜਾਬ, ਲਾਹੌਰੀਏ, ਵੇਖ ਵਰਾਤਾ ਚੱਲੀਆਂ, ਚੱਲ ਮੇਰਾ ਪੁੱਤ ਤੇ ਹੋਰ ਵੀ ਕਈ ਫਿਲਮਾਂ ਜੋ ਅਮਰਿੰਦਰ ਗਿੱਲ ਤੇ ਰਿਦਮ ਕੰਪਨੀ ਹੇਠ ਲਾਂਚ ਹੋਈਆਂ ਸਨ, ਉਹਨਾਂ ਨੇ ਜੀਓ ਸਾਵਨ ਤੋਂ ਹਟਾ ਦਿੱਤੀਆਂ ਹਨ। ਬਾਕੀ ਸਿੰਗਰ ਵੀ ਹੁਣ ਹੌਲੀ-ਹੌਲੀ ਅੱਗੇ ਆਉਣਗੇ ਤੇ ਅਮਰਿੰਦਰ ਗਿੱਲ ਨੇ ਸ਼ੁਰੂਆਤ ਕਰ ਦਿੱਤੀ ਹੈ। ਦੋਸਤੋ, ਇੱਕ ਗੱਲ ਜੋ ਧਿਆਨ ਦੇਣ ਯੋਗ ਹੈ ਕਿ ਮੋਦੀ ਦਾ ਕਠਪੁਤਲੀ ਹੈ ਤੇ ਇਸ ਕਠਪੁਤਲੀ ਦੀ ਡੋਰ ਅੰਬਾਨੀ ਅਡਾਨੀ ਸੰਭਾਲ ਰਹੇ ਹਨ। ਡਾਕਟਰ ਮਨਮੋਹਨ ਵੇਲੇ ਅੰਬਾਨੀ ਅਡਾਨੀ ਹੱਥ ਜੋੜ ਕੇ ਅੱਗੇ ਖੜਦੇ ਸਨ ਤੇ ਹੁਣ ਅੰਬਾਨੀ ਅਡਾਨੀ ਮੋਦੀ ਦੇ ਮੋਢੇ ਤੇ ਹੱਥ ਰੱਖਦੇ ਹਨ। ਦੇਸ਼ ਦੇ ਪੀਐਮ ਦੇ ਮੋਢੇ ਤੇ ਹੱਥ ਰੱਖਣਾ ਮਤਲਬ ਪੈਸਾ ਤੇ ਪਾਵਰ। ਦੋਸਤੋ, ਇੱਕ ਸਵਾਲ ਜੋ ਬੀਜੇਪੀ ਦੇ ਵਿਰੋਧੀ ਲੀਡਰ ਪੁੱਛਦੇ ਹਨ ਕਿ ਮੋਦੀ ਦੀਆਂ ਇੰਨੀਆਂ ਵੱਡੀਆਂ ਰੈਲੀਆਂ ਦਾ ਪੈਸਾ ਆਇਆ ਕਿੱਥੋਂ। ਕੇਜਰੀਵਾਲ ਤਾਂ ਸੰਸਦ ਵਿੱਚ ਜਾ ਕੇ ਕਹਿ ਚੁੱਕਾ ਹੈ ਕਿ ਮੋਦੀ ਦੀਆਂ ਰੈਲੀਆਂ ਦਾ ਹਿਸਾਬ ਦਿਓ, ਕਿੱਥੋਂ ਪੈਸਾ ਆਇਆ। ਸੋ ਇਹ ਗੱਲ ਸਾਫ਼ ਹੈ, ਮੋਦੀ ਮਗਰ ਨੇ ਅੰਬਾਨੀ ਅਡਾਨੀ। ਉਹਨਾਂ ਨੇ ਮੋਦੀ ਨੂੰ ਪੀਐਮ ਬਣਨ ਤੋਂ ਪਹਿਲਾਂ ਉਸ ਦਾ ਸਾਥ ਦਿੱਤਾ, ਰੈਲੀਆਂ ਤੇ ਪੈਸਾ ਖਰਚ ਕੀਤਾ, ਨੈਸ਼ਨਲ ਮੀਡੀਆ ਤੇ 12 ਚੈਨਲ ਖਰੀਦੇ ਤੇ ਹੋਰ ਵੀ ਬਹੁਤ ਕੁਝ। ਜੇ ਐਕਸਪਲੇਨ ਕੀਤਾ ਤਾਂ ਬਹੁਤ ਟਾਈਮ ਲੱਗ ਜੂ, ਬਸ ਇਹਨਾਂ ਸਮਝ ਲਓ ਮੋਦੀ ਦੇ ਪੀਐਮ ਬਣਨ ਤੋਂ ਪਹਿਲਾਂ ਉਹਨਾਂ ਨੇ ਮੋਦੀ ਦੀ ਵਿੱਤੀ ਸਹਾਇਤਾ ਕੀਤੀ ਤੇ ਜਦੋਂ ਹੀ ਮੋਦੀ ਪੀਐਮ ਬਣਿਆ ਤਾਂ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਹਜ਼ਾਰਾਂ ਕਰੋੜ ਕਰਜ਼ਾ ਇਹ ਕਹਿ ਕੇ ਮਾਫ ਕਰ ਦਿੱਤਾ ਕਿ ਉਹ ਵਾਪਸ ਨਹੀਂ ਕਰ ਸਕਦੇ। 에ਅਰਪੋਰਟ ਰੇਲਾਂ ਸਭ ਵੇਚ ਦਿੱਤਾ। ਜੀਓ ਅਗਲੇ ਸਾਲ 5G ਲਾਂਚ ਕਰਨ ਵਾਲਾ ਹੈ, ਪਰ BSNL ਸਰਕਾਰੀ ਕੰਪਨੀ ਹਲੇ ਤੱਕ 3G ਤੇ ਹੀ ਰੁਕੀ ਹੋਈ ਹੈ। ਉਹ ਮਿੰਨਤਾਂ ਕਰ ਰਹੇ ਹਨ 4G ਕਰਵਾਉਣ ਲਈ, ਪਰ ਮੋਦੀ ਦਾ ਧਿਆਨ ਪ੍ਰਾਈਵੇਟ ਜੀਓ ਵੱਲ ਹੈ, ਉਹ 5G ਆ ਰਿਹਾ ਹੈ। ਸ਼੍ਰੀਅੰਤਰ ਬਹੁਤ ਵੱਡਾ ਹੈ, ਪਰ ਆਪਾਂ ਕਿਸਾਨਾਂ ਦੀ ਗੱਲ ਤੇ ਆਉਂਦੇ ਹਾਂ। ਪੂਰੇ 17 ਦਿਨ ਹੋ ਚੁੱਕੇ ਹਨ ਕਿਸਾਨਾਂ ਨੂੰ ਦਿੱਲੀ ਬੈਠੇ। ਕੱਲ ਜਦੋਂ ਮੀਂਹ ਪਿਆ, ਕਿਸੇ ਮੰਤਰੀ ਨੇ ਸੋਚਿਆ ਕਿ ਕਿਸਾਨ ਜੋ ਟਰਾਲੀਆਂ ਹੇਠ ਤੱਕ ਸੌਂਦੇ ਸਨ, ਉਹਨਾਂ ਨੇ ਰਾਤ ਕਿਵੇਂ ਬਤੀਤ ਕੀਤੀ ਹੋਵੇਗੀ। 80-80 ਸਾਲ ਦੇ ਬਜ਼ੁਰਗ ਜੋ ਇਸ ਧਰਨੇ ਵਿੱਚ ਬੈਠੇ ਨੇ, ਉਹ ਇੰਨੀ ਠੰਡ ਵਿੱਚ ਰਹਿ ਕਿਵੇਂ ਰਹੇ ਹੋਣਗੇ। ਖੁਦ ਤਾਂ 5 ਸਟਾਰ ਹੋਟਲਾਂ ਵਿੱਚ ਰਹਿਣ ਵਾਲੇ ਮੰਤਰੀ, ਉਹ ਇਹਨਾਂ ਦਾ ਦਰਦ ਨਹੀਂ ਸਮਝ ਸਕਦੇ। ਕੋਈ ਮੰਤਰੀ ਇਸ ਅੰਦੋਲਨ ਵਿੱਚ ਆਇਆ ਨਹੀਂ। ਇੱਕੋ ਹੀ ਸਭ ਤੋਂ ਵੱਡੀ ਗੱਲ ਜੋ ਸਾਡੇ ਮਨ ਵਿੱਚ ਰੜਕਦੀ ਹੈ ਕਿ ਜੇ ਸਾਡੇ ਦੇਸ਼ ਵਿੱਚ ਲੋਕਤੰਤਰ ਰਾਜ ਹੈ, ਲੋਕਾਂ ਦੀ ਸਰਕਾਰ ਹੈ, ਤਾਂ ਕਿਉਂ ਲੋਕ ਇੰਨੀ ਠੰਡ ਵਿੱਚ ਮੀਂਹ ਤੱਕ ਦੇ ਮੌਸਮ ਵਿੱਚ ਸੜਕਾਂ ਤੇ ਬੈਠੇ ਨੇ। ਕਿਉਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਹਿਟਲਰ ਵਾਲੇ ਰਾਜ ਦੀ ਝਲਕ ਪੈਂਦੀ ਹੈ। ਸ਼ਾਂਤਮਈ ਪ੍ਰੋਟੈਸਟ ਕਰ ਰਹੇ ਲੋਕਾਂ ਤੇ ਪੁਲਿਸ ਡੰਡੇ ਕਿਉਂ ਮਾਰ ਰਹੀ ਹੁੰਦੀ ਹੈ। ਦੋਸਤੋ, ਕੱਲ ਵੀ ਜੋ ਹੋਰ ਲੋਕ ਪੰਜਾਬ ਤੋਂ ਦਿੱਲੀ ਜਾ ਰਹੇ ਹਨ, ਉਹਨਾਂ ਦੇ ਰਾਸਤੇ ਵਿੱਚ ਟੋਏ ਪੁੱਟੇ ਗਏ, ਪੱਥਰ ਹਲੇ ਵੀ ਰੱਖੇ ਜਾ ਰਹੇ ਹਨ। ਇਹਨਾਂ ਗੱਲਾਂ ਨੂੰ ਨੈਸ਼ਨਲ ਮੀਡੀਆ ਕਿਉਂ ਨਹੀਂ ਦਿਖਾ ਰਿਹਾ। ਤੇ ਦੋਸਤੋ, ਇੱਕ ਨੈਸ਼ਨਲ ਮੀਡੀਆ ਦੀ ਖਬਰ ਦਿਖਾ ਦਈਏ ਕਿ ਬੀਜੇਪੀ ਦੇ ਲੀਡਰ ਨੇ ਇੱਕ ਸਵਾਲ ਕੀਤਾ ਹੈ ਕਿ ਕਿਸਾਨੀ ਧਰਨਿਆਂ ਤੇ ਪੀਜ਼ੇ ਦੇ ਲੰਗਰ ਲੱਗ ਰਹੇ ਹਨ, ਬਦਾਮ, ਕਾਜੂ, ਪਿੰਨੀਆਂ ਤੇ ਬਜ਼ੁਰਗ ਦੇ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਤੱਕ ਲਗਾਈਆਂ ਜਾ ਰਹੀਆਂ ਹਨ। ਆਖਿਰ ਇੰਨਾ ਫੰਡ ਆ ਕਿੱਥੋਂ ਰਿਹਾ ਹੈ। ਇਹਨਾਂ ਗੱਲਾਂ ਤੇ ਤਾਂ ਧਿਆਨ ਤੁਹਾਡਾ ਚਲਾ ਜਾਂਦਾ। ਪ੍ਰੋਟੈਸਟ ਕਰਦੇ ਕਿਸਾਨ ਉਹ ਕਿਉਂ ਨਹੀਂ ਦਿਖਾਈ ਦਿੰਦੇ। 2017 ਚ ਕਿਸਾਨ ਦਿੱਲੀ ਚੂਹੇ ਤੱਕ ਮਾਰ ਕੇ ਖਾ ਰਹੇ ਸਨ। ਅਸੀਂ ਫੋਟੋ ਨਹੀਂ ਦਿਖਾ ਸਕਦੇ, ਪਰ ਤੁਸੀਂ ਬੇਸ਼ੱਕ ਗੂਗਲ ਤੇ ਚੈੱਕ ਕਰ ਲਿਓ। 2017 ਦਿੱਲੀ ਚ ਕਿਸਾਨ ਪ੍ਰੋਟੈਸਟ ਕਰਦੇ ਸਮੇਂ ਚੂਹੇ ਰੈਟ ਖਾ ਰਹੇ ਸਨ। ਉਦੋਂ ਸਾਰਿਆਂ ਨੇ ਇਗਨੋਰ ਕੀਤਾ, ਕੋਈ ਕੁਝ ਨਹੀਂ ਬੋਲਿਆ। ਤੇ ਹੁਣ ਪੀਜੇ ਦੇ ਲੰਗਰ ਤੇ ਤੁਹਾਨੂੰ ਸਵਾਲ ਆਉਂਦੇ ਹਨ। ਜਦੋਂ ਤੱਕ ਕਿਸਾਨਾਂ ਦਾ ਫੈਸਲਾ ਨਹੀਂ ਹੁੰਦਾ, ਕਿਸਾਨ ਦਿੱਲੀ ਹੀ ਰਹਿਣਗੇ ਤੇ ਇਦਾਂ ਹੀ ਗੁਰੂ ਕਾ ਲੰਗਰ ਉਦੋਂ ਤੱਕ ਚੱਲੇਗਾ। ਦੋਸਤੋ, ਇੱਥੇ ਤੁਹਾਨੂੰ ਅਸੀਂ ਕਪਿਲ ਸ਼ਰਮਾ ਦਾ ਟਵੀਟ ਵੀ ਦਿਖਾ ਦਈਏ। ਕੱਲ ਕ੍ਰਿਕਟਰ ਯੁਵਰਾਜ ਸਿੰਘ ਦਾ ਜਨਮ ਦਿਨ ਸੀ ਤੇ ਜਿਸ ਦੌਰਾਨ ਉਸਨੇ ਆਪਣੇ ਜਨਮ ਦਿਨ ਤੇ ਕਿਸਾਨ ਤੇ ਸਰਕਾਰ ਵਿਚਕਾਰ ਸਮਝੌਤਾ ਹੋ ਜਾਵੇ, ਇਹ ਅਰਦਾਸ ਕੀਤੀ ਸੀ। ਤੇ ਇਸੇ ਹੀ ਟਵੀਟ ਤੇ ਕਪਿਲ ਸ਼ਰਮਾ ਨੇ ਰੀਟਵੀਟ ਕਰਦੇ ਕਿਹਾ ਕਿ ਕਿਸਾਨਾਂ ਤੇ ਸਰਕਾਰ ਨੂੰ ਇਹ ਫੈਸਲਾ ਜਲਦੀ ਲੈਣਾ ਚਾਹੀਦਾ ਹੈ, ਕਿਉਂਕਿ ਬਜ਼ੁਰਗ ਕਿਸਾਨਾਂ ਦਾ ਇੰਨੀ ਠੰਡ ਵਿੱਚ ਧਰਨੇ ਤੇ ਬੈਠਣਾ ਬਹੁਤ ਮੁਸ਼ਕਿਲ ਹੈ। ਦੋਸਤੋ, ਤਕਰੀਬਨ 12 ਲੱਖ ਤੋਂ ਵੱਧ ਲੋਕ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਤੇ ਕਪਿਲ ਸ਼ਰਮਾ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਸਰਕਾਰ ਤੇ ਕਿਸਾਨ ਨੂੰ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ, ਪਰ ਕਿਸਾਨ ਕਰਨ ਵੀ ਕੀ, ਉਹਨਾਂ ਦੀਆਂ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ। ਇੰਟਰਨੈਸ਼ਨਲ ਲੈਵਲ ਤੇ ਲੋਕ ਮੋਦੀ ਨੂੰ ਬੁਰਾ ਭਲਾ ਬੋਲਣ ਲੱਗ ਗਏ ਹਨ। ਦੋਸਤੋ, ਇੱਕ ਗੱਲ ਕਿ ਪਹਿਲਾਂ ਵੀ ਬਹੁਤ ਪ੍ਰੋਟੈਸਟ ਹੋਏ ਹਨ, ਅੱਗੇ ਵੀ ਬਹੁਤ ਹੋਣਗੇ, ਪਰ ਇੱਕ ਗੱਲ ਜੋ ਸਾਡਾ ਦਿਲ ਦਿਖਾਵੇਗੀ, ਨੈਸ਼ਨਲ ਮੀਡੀਆ ਵੱਲੋਂ ਸਾਡੇ ਤੇ ਲਾਏ ਅੱਤਵਾਦੀ ਤੇ ਖਾਲਿਸਤਾਨੀ ਦੇ ਟੈਗ, ਜੋ ਕਿ ਸਰਾਸਰ ਬੇਬੁਨਿਆਦ ਨੇ। ਇਹ ਗੱਲ ਅਸੀਂ ਕਦੇ ਨਹੀਂ ਭੁੱਲ ਸਕਦੇ। ਜਿਨ੍ਹਾਂ ਕਿਸਾਨਾਂ ਨੂੰ ਇਹ ਲੋਕ ਅੱਤਵਾਦੀ ਕਹਿੰਦੇ ਹਨ, ਉਹਨਾਂ ਦੇ ਪੁੱਤਰ ਬਾਰਡਰ ਤੇ ਖੜੇ ਹਨ ਤੇ ਇਹਨਾਂ ਵਿੱਚੋਂ ਕੁਝ ਬਜ਼ੁਰਗ ਫੌਜ ਤੋਂ ਰਿਟਾਇਰਮੈਂਟ ਵੀ ਨੇ। ਅੱਤਵਾਦੀ ਕਹਿਣ ਤੋਂ ਪਹਿਲਾਂ ਕੁਝ ਸੋਚ ਲੈਂਦੇ ਤਾਂ ਚੰਗਾ ਹੁੰਦਾ। ਬਾਕੀ ਦੋਸਤੋ, ਇੱਥੇ ਜੈਜੀ ਦਾ ਟਵੀਟ ਦਿਖਾਉਣਾ ਚਾਹੁੰਦੇ ਆ। ਉਸਨੇ ਪਹਿਲੇ ਟਵੀਟ ਵਿੱਚ ਲਿਖਿਆ, ਆਓ ਸਾਰੇ ਰਲ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਰਿਲਾਇੰਸ ਤੇ ਜੀਓ ਸਾਵਨ ਦਾ ਬਾਈਕਾਟ ਕਰੀਏ। ਸਾਰੇ ਆਪਣੇ ਫੋਨ ਤੋਂ
ਜੀਓ ਸਾਵਨ ਹਟਾਓ ਅਤੇ ਕਲਾਕਾਰ ਅਤੇ 뮤직 ਕੰਪਨੀਆਂ ਨੂੰ ਮੈਂਸ਼ਨ ਕਰਕੇ ਜੀਓ ਸਾਵਨ ਨਾਲ ਕੰਟਰੈਕਟ ਕੈਂਸਲ ਕਰਨ ਲਈ ਕਹੋ। ਦੋਸਤੋ ਜੱਜੀ ਵੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੈ ਤੇ ਕਿਸਾਨਾਂ ਦੇ ਇਸ ਅੰਦੋਲਨ ਦਾ ਲਗਾਤਾਰ ਪ੍ਰਚਾਰ ਕਰ ਰਿਹਾ ਹੈ। ਬਾਕੀ ਪੰਜਾਬ ਰਿਲਾਇੰਸ ਜੀਓ ਦਾ ਬਾਈਕਾਟ ਕਰਨ ਲੱਗੇ ਹਨ ਤੇ ਦੋਸਤੋ ਰਣਜੀਤ ਬਾਵਾ ਤਾਂ ਨੈਸ਼ਨਲ ਮੀਡੀਆ ਤੇ ਟਵੀਟ ਕਰਕੇ ਬਕਾਊ ਮੀਡੀਆ ਲਿਖ ਰਿਹਾ ਹੈ। ਬਾਕੀ ਹੁਣ ਤਾਂ ਇਕੱਲੇ ਜਵਾਕ ਨੂੰ ਵੀ ਪਤਾ ਲੱਗ ਗਿਆ ਹੈ ਕਿ ਕਿਹੜਾ ਚੈਨਲ ਸਹੀ ਹੈ ਤੇ ਕਿਹੜਾ ਮੋਦੀ ਦੇ ਪੱਖ ਦੀ ਗੱਲ ਕਰਦਾ ਹੈ। ਤੇ ਰਣਜੀਤ ਬਾਵਾ ਨੇ ਆਪਣੇ ਗਾਣੇ ਦੀਆਂ 2 ਲਾਈਨਾਂ ਵੀ ਟਵੀਟ ਕੀਤੀਆਂ, ਧੱਕੇ ਨਾਲ ਆਖੀ ਜਾਂਦੇ ਅੱਤਵਾਦੀ ਅੱਜ ਦਾ ਨੈਸ਼ਨਲ ਮੀਡੀਆ ਵੀ ਕਿਹੜਾ ਭਲਾ ਚੱਜਦਾ। ਤੇ ਦੋਸਤੋ ਰਣਜੀਤ ਬਾਵਾ ਨੇ ਇੱਕ ਹੋਰ ਟਵੀਟ ਕੀਤਾ ਹੈ ਜਿਹੜਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਅਜੀਤ ਸਿੰਘ ਉਹਨਾਂ ਨੇ ਵੀ ਅੰਗਰੇਜ਼ਾਂ ਦੇ ਸਮੇਂ ਲਾਗੂ ਕੀਤੇ ਬਿੱਲ ਲਈ ਇੱਕ ਅੰਦੋਲਨ ਕੀਤਾ ਸੀ, ਜਿਵੇਂ ਹੁਣ ਕਿਸਾਨ ਕਰ ਰਹੇ ਹਨ। ਉਹ 9 ਮਹੀਨੇ ਚੱਲਿਆ ਸੀ, ਉਦੋਂ ਵੀ ਪੰਜਾਬੀ ਹੀ ਅੱਗੇ ਹੋਏ ਸਨ, ਹੁਣ ਵੀ ਪੰਜਾਬੀ ਅੱਗੇ ਨੇ। ਤੇ ਦੋਸਤੋ ਕੱਲ ਨੂੰ ਫਿਰ ਕਿਸਾਨ ਭਰਾ ਕਈ ਟੋਲ ਪਲਾਜ਼ੇ ਤੇ ਹਾਈਵੇ ਜਾਮ ਕਰਨ ਲੱਗੇ ਹਨ। ਇਹਨਾਂ ਦਾ ਸਰਕਾਰ ਤੇ ਬਹੁਤ ਡੂੰਘਾ ਪ੍ਰਭਾਵ ਪਵੇਗਾ। ਜਦੋਂ ਦਾ ਅਮਿਤ ਸ਼ਾਹ ਨੇ ਮੀਟਿੰਗਾਂ ਤੋਂ ਬਾਅਦ ਵੀ ਕਿਸਾਨਾਂ ਦੇ ਬਿੱਲ ਵਾਪਸ ਲੈਣ ਤੋਂ ਮਨਾ ਕੀਤਾ ਹੈ, ਇਹ ਅੰਦੋਲਨ ਹੋਰ ਪੱਕ ਗਿਆ ਹੈ। ਤੇ ਦੋਸਤੋ ਇੱਕ ਗੱਲ ਹੋਰ ਜੋ ਇੱਥੇ ਦੱਸਣੀ ਜ਼ਰੂਰੀ ਹੈ ਕਿ ਸਾਊਥ ਵਾਲੇ ਵੀ ਕਿਸਾਨਾਂ ਦੇ ਹੱਕ ਵਿੱਚ ਨੇ। ਸਾਊਥ ਦਾ ਐਕਟਰ ਵਿਜੇ ਉਹ ਵੀ ਕਿਸਾਨਾਂ ਦੀ ਸਪੋਰਟ ਕਰ ਰਿਹਾ ਹੈ ਤੇ ਟਵਿੱਟਰ ਦੇ ਵੀ ਟ੍ਰੈਂਡਿੰਗ ਲਿਸਟ ਵਿੱਚ ਕਿਸਾਨ ਕਮਲ ਕਾਟेंगे, ਵਿਜੇ ਫੈਨ ਸਪੋਰਟ ਫਾਰਮਰਸ ਇਹ ਟ੍ਰੈਂਡ ਕਰ ਰਿਹਾ ਹੈ। ਇਹ ਪ੍ਰੋਟੈਸਟ ਹੁਣ ਪੰਜਾਬ, ਹਰਿਆਣਾ, ਯੂਪੀ ਤੱਕ ਸੀਮਿਤ ਨਹੀਂ ਰਿਹਾ। ਸਰਕਾਰ ਬਾਕੀ ਸਟੇਟਾਂ ਤੋਂ ਦਿੱਲੀ ਆਉਣ ਲਈ ਲੋਕਾਂ ਨੂੰ ਰੋਕ ਰਹੀ ਹੈ। ਤੇ ਦੋਸਤੋ ਇੱਕ ਜੱਜੀ ਨੇ ਅਜੇ ਦੇਵਗਨ ਨੂੰ ਵੀ ਸਵਾਲ ਕੀਤਾ ਹੈ। ਜੱਜੀ ਨੇ ਕਿਹਾ ਕਿ ਤੁਹਾਡੀ ਕਿਸਾਨਾਂ ਲਈ ਸਪੋਰਟ ਕਿੱਥੇ ਹੈ, ਕੀ ਤੁਸੀਂ ਰੋਟੀ ਨਹੀਂ ਖਾਂਦੇ? ਦੋਸਤੋ ਬਾਲੀਵੁੱਡ ਸਟਾਰੇ 1-2 ਨੂੰ ਛੱਡ ਕੇ ਕਿਸੇ ਨੇ ਕਿਸਾਨਾਂ ਦੀ ਸਪੋਰਟ ਨਹੀਂ ਕੀਤੀ। ਇੱਥੇ ਇੱਕ ਖਾਸ ਗੱਲ ਹੈ ਕਿ ਅੰਬਾਨੀ ਅਡਾਨੀ ਬਾਲੀਵੁੱਡ ਨੂੰ ਤਾਂ ਫੰਡ ਦੇ ਸਕਦੇ ਹਨ ਪਰ ਕਿਸਾਨਾਂ ਨੂੰ ਨਹੀਂ। ਪਰ ਕੋਈ ਗੱਲ ਨਹੀਂ ਬਾਲੀਵੁੱਡ ਵਾਲਿਓ, ਅਕਸ਼ੇ ਕੁਮਾਰ, ਅਜੇ ਦੇਵਗਨ, ਸਲਮਾਨ ਖਾਨ, ਅਮਿਤਾਭ ਬੱਚਨ ਹੁਣ ਪੰਜਾਬ ਦੇ ਰਾਸਤੇ ਤੁਹਾਡੇ ਲਈ ਬੰਦ ਹੀ ਸਮਝੋ। ਫਿਲਮਾਂ ਵਿੱਚ ਪੰਜਾਬ ਦਾ ਕਲਚਰ ਤਾਂ ਬਹੁਤ ਦਿਖਾਇਆ ਤੁਸੀਂ, ਪਰ ਪੰਜਾਬ ਦੀ ਗੱਲ ਕਿਸੇ ਇੱਕ ਨੇ ਵੀ ਨਹੀਂ ਕੀਤੀ। ਕੈਨੇਡਾ, ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਕਿਸਾਨ ਧਰਨੇ ਤੇ ਬੈਠੇ ਹਨ ਤੇ ਇਹ ਕੋਈ ਛੋਟਾ-ਮੋਟਾ ਪ੍ਰੋਟੈਸਟ ਨਹੀਂ, 12 ਲੱਖ ਲੋਕ ਸ਼ਾਮਲ ਨੇ ਤੇ ਤੁਹਾਡੀਆਂ ਜ਼ਮੀਰਾਂ ਹਲੇ ਵੀ ਨਹੀਂ ਜਾਗੀਆਂ। ਖਾਸ ਤੌਰ ਤੇ ਅਕਸ਼ੇ ਕੁਮਾਰ ਜਿਹਨੂੰ ਲੋਕ ਪੰਜਾਬ ਦਾ ਪੁੱਤਰ ਕਹਿੰਦੇ ਸੀ ਤੇ ਕਪਲ ਸ਼ਰਮਾ ਦੇ ਸ਼ੋਅ ਵਿੱਚ ਇਸ ਨੇ ਗੱਲ ਕਹੀ ਸੀ ਕਿ ਜਦੋਂ ਮੈਂ ਪੱਗ ਬੰਨਦਾ ਤਾਂ ਮੈਨੂੰ ਅਲੱਗ ਹੀ ਮਹਿਸੂਸ ਹੁੰਦਾ ਹੈ। ਪੰਜਾਬ ਮੇਰਾ ਇੱਕ ਪਰਿਵਾਰ ਹੈ ਤੇ ਹੁਣ ਪਰਿਵਾਰ ਨਹੀਂ ਦਿਖ ਰਿਹਾ ਤੁਹਾਨੂੰ। ਪੰਜਾਬੀ ਸਿੰਗਰ ਤੇ ਲੋਕ ਵੀ ਇਹੀ ਕਹਿ ਰਹੇ ਹਨ ਕਿ ਬਾਲੀਵੁੱਡ ਵਾਲੇ ਹੁਣ ਪੰਜਾਬ ਵਿੱਚ ਨਾ ਹੀ ਆਉਣ ਤਾਂ ਚੰਗਾ ਹੋਵੇਗਾ ਜੇ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਹੀ ਨਹੀਂ ਕਰਨੀ। ਜੇ ਤੁਸੀਂ ਪੰਜਾਬ ਵਿੱਚ ਫਿਲਮਾਂ ਦੀਆਂ ਸ਼ੂਟਿੰਗਾਂ ਤੇ ਫਿਲਮਾਂ ਵਿੱਚ ਸਾਡਾ ਕਲਚਰ ਦਿਖਾਉਂਦੇ ਹੋ ਤਾਂ ਕਿਸਾਨਾਂ ਬਾਰੇ ਤੁਸੀਂ ਕਿਉਂ ਨਹੀਂ ਬੋਲ ਰਹੇ? ਤੁਹਾਡੇ ਬਾਲੀਵੁੱਡ ਵਾਲਿਆਂ ਨੂੰ ਪੱਗ ਬੰਨ ਕੇ ਜੇ ਉਸਦੇ ਮਾਇਨੇ ਹੀ ਨਹੀਂ ਪਤਾ ਤਾਂ ਯਾਰ ਕੀ ਫਾਇਦਾ ਫਿਰ ਇਹੋ ਜਿਹੇ ਝੂਠੇ ਦਿਖਾਵੇ ਦਾ। ਬਾਕੀ ਦੋਸਤ ਇੱਕ ਖਾਸ ਗੱਲ, ਸਿੱਧੂ ਕਿਸਾਨਾਂ ਤੇ ਆਪਣਾ ਇੱਕ ਗੀਤ ਰਿਲੀਜ਼ ਕਰਨ ਵਾਲਾ ਹੈ। ਦੇਵ ਓਸ਼ੀਅਨ ਨੇ ਦੱਸਿਆ ਕਿ ਸਿੱਧੂ ਦਾ ਗਾਣਾ ਜਲਦੀ ਹੀ ਆ ਰਿਹਾ ਹੈ। ਪੰਜਾਬੀ ਸਿੰਗਰਾਂ ਨੇ ਕਿਸਾਨਾਂ ਤੇ ਬਹੁਤ ਗਾਣੇ ਰਿਲੀਜ਼ ਕੀਤੇ ਹਨ ਤੇ ਇਸ ਕਿਸਾਨੀ ਅੰਦੋਲਨ ਨੇ ਪੰਜਾਬੀ 뮤직 ਇੰਡਸਟਰੀ ਦਾ ਵੀ ਰੁਖ ਚੇਂਜ ਕੀਤਾ ਹੈ। ਤਕਰੀਬਨ 70-80 ਗਾਣੇ ਸਿੰਗਰਾਂ ਨੇ ਕਿਸਾਨਾਂ ਤੇ ਗਾ ਦਿੱਤੇ ਹਨ। ਪਰ ਦੂਜੇ ਪਾਸੇ ਪੰਜਾਬੀ ਬਾਲੀਵੁੱਡ ਵਾਲਿਆਂ ਨੂੰ ਜ਼ਰੂਰ ਯਾਦ ਰੱਖਣਗੇ ਕਿ ਕੌਣ ਸਾਡੇ ਹੱਕ ਵਿੱਚ ਖੜੇ ਤੇ ਕੌਣ ਨਹੀਂ। ਤੇ ਦੋਸਤੋ ਗਿੱਪੀ ਗਰੇਵਾਲ ਜੋ ਕਿ ਇੰਡੀਆ ਤੋਂ ਬਾਹਰ ਸੀ ਹੁਣ ਸਿੱਧਾ ਦਿੱਲੀ ਧਰਨੇ ਤੇ ਪਹੁੰਚ ਗਿਆ ਹੈ। ਸੋ ਅੱਜ ਅਸੀਂ ਪਹੁੰਚੇ ਜੀ ਹੁਣੇ ਹੀ ਤੇ ਸਾਰੇ ਪਾਸੇ ਗੇੜਾ ਦਿੰਦੇ ਆ, ਮਿਲਦੇ ਆ ਸਾਰਿਆਂ ਨੂੰ ਤੇ ਤੁਹਾਨੂੰ ਮਾਹੌਲ ਦਿਖਾਉਂਦੇ ਆ ਜੀ, ਕਿਉਂਕਿ ਬਾਹਰ ਜਿਹੜੇ ਬੈਠੇ ਨੇ ਮੇਰੇ ਵਰਗੇ ਕਈਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਇੱਥੇ ਮਾਹੌਲ ਐਗਜ਼ੈਕਟ ਹੈ ਕੀ। ਕੋਈ ਕਹਿੰਦਾ ਸੀਗਾ ਵੀ ਜੀ ਇੱਧਰਲੇ ਪਾਸੇ ਐ ਹੋ ਗਿਆ, ਕੋਈ ਕਹਿੰਦਾ ਜੀ 2 ਧਰਨੇ ਲੱਗੇ, ਕੋਈ ਕਹਿੰਦਾ ਜੀ ਉਹ ਉੱਥੇ ਬਹਿ ਗਏ। ਸੋ ਬੜਾ ਪੀਸਫੁਲ ਆ ਜੀ, ਬਹੁਤ ਵਧੀਆ ਮਾਹੌਲ ਆ, ਬੜਾ ਟਿਕਿਆ ਟਕਾਇਆ ਮਾਹੌਲ ਹੈ। ਸੋ ਸਾਰੇ ਬੰਦੇ ਬੜਾ ਸ਼ਾਂਤਮਈ ਨਾਲ ਚੱਲ ਰਿਹਾ ਔਰ ਤੁਹਾਨੂੰ ਦਿਖਾਉਂਦੇ ਆ ਅੱਗੇ ਗੱਲਬਾਤ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਕਾਰ ਤਾਂ ਕਹੀ ਜਾਂਦੀ ਆ ਵੀ ਪਾਕਿਸਤਾਨ ਕੋਲੇ ਟਮਾਟਰ ਲੈਣ ਜੋਗੇ ਵੀ ਪੈਸੇ ਨਹੀਂ। ਇਹਨਾਂ ਦਾ ਮੀਡੀਆ ਕਹੀ ਜਾਂਦਾ ਕਿਸਾਨਾਂ ਨੂੰ ਫੰਡਿੰਗ ਪਾਕਿਸਤਾਨ ਕਰਦਾ। ਯਾਰ ਪਹਿਲਾਂ ਆਪਸ ਵਿੱਚ ਸਲਾਹ ਕਰ ਲਓ ਵੀ ਮੋਗੇ ਜਾਣਾ ਹੈ ਕਿ ਜੀਰੇ ਜਾਣਾ। ਥੋੜਾ ਤਾਂ ਉਹ ਕੰਮ ਹੋਇਆ ਪਿਆ ਵੀ ਆਖੇ ਪੈਸੇ ਦੋਜੀ ਦੇ ਦੇਣੇ ਨੇ, ਗੱਲਾਂ ਕੇਬਲ ਵਾਲੇ ਨਾਲ ਮਾਰੀ ਜਾਂਦੇ ਹੋ। ਅਸੀਂ ਯਾਰ ਗੱਲ ਕਿਸਾਨਾਂ ਦੀ ਕਰਦੇ ਹਾਂ, ਕਿਸਾਨ ਮਜ਼ਦੂਰ ਜਿੰਦਾਬਾਦ ਹੈ। ਤੇ ਦੋਸਤੋ ਜੇ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਅਕਾਊਂਟ ਤੇ ਭੇਜ ਸਕਦੇ ਹੋ। ਤੇ ਦੋਸਤੋ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।